ਕਹਿੰਦੇ ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਕਹਿੰਦੇ ਸਾਰੇ ਇੱਥੇ ਨਾ ਆਪਣੇ ਸੁਖ ਵਾਸਤੇ ਤੇਰੇ ਨਾਲ ਜੁੜੇ ਹੋਏ ਨੇ, ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਜੇ ਮੈਂ ਕਿਸੇ ਨੂੰ ਪਿਆਰ ਕਰਦਾ ਨਾ, ਆਪਣੇ ਸੁੱਖ ਵਾਸਤੇ ਪਿਆਰ ਕਰਦਾ। ਜੇ ਅਸੀਂ ਪਰਮਾਤਮਾ ਜੀ ਨੂੰ ਵੀ ਪਿਆਰ ਕਰਦੇ ਆ ਨਾ, ਪਰਮਾਤਮਾ ਜੀ ਤੋਂ ਕੁਝ ਮੰਗਦੇ ਆ, ਕਾਹਦੇ ਵਾਸਤੇ? ਸੁੱਖ ਪ੍ਰਾਪਤ ਕਰਨ ਵਾਸਤੇ। ਭਾਵੇਂ ਜ਼ਿੰਦਗੀ 'ਚ ਕਿਸੇ ਨਾਲ ਵੀ ਅਸੀਂ ਮੋਹ ਕਰਦੇ ਆ, ਪਿਆਰ ਕਰਦੇ ਆ ਨਾ, ਕਾਹਦੇ ਵਾਸਤੇ ਪਿਆਰ ਕਰਦੇ ਆ? ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਨੌਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜੇ ਅਸੀਂ ਕਿਸੇ ਨੂੰ ਪਿਆਰ ਕਰਦੇ ਆ ਨਾ, ਆਪਣੇ ਸੁਖ ਵਾਸਤੇ, ਕਹਿੰਦੇ ਕੋ ਕਾਹੂ ਕੋ ਨਾਹੀ। ਕਹਿੰਦੇ ਪਰ ਇੱਥੇ ਕੋਈ ਵੀ ਆਪਣਾ ਨਹੀਂ ਹੈ, ਸਾਡੇ ਕੋਲ ਰਹਿਣ ਵਾਲਾ ਕੋਈ ਇੱਥੇ ਹੈ ਨਹੀਂ। ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਕੇ ਰਹਿ। ਕਹਿੰਦੇ ਜਦੋਂ ਸੁਖ ਆਉਂਦਾ ਹੈ ਨਾ, ਤੇ ਬੜੇ ਲੋਕ, ਬੜੇ ਮਿੱਤਰ, ਬੜੇ ਸੱਜਣ ਸਾਡੇ ਕੋਲ ਬਹਿ ਜਾਂਦੇ ਨੇ, ਆ ਕੇ ਸੁਖ ਦੇ ਵਿੱਚ ਸ਼ਰੀਕ ਹੋ ਜਾਂਦੇ ਨੇ। ਕਹਿੰਦੇ ਬਿਬਤ ਪਰੀ ਸਭ ਹੀ ਸੰਗ ਛਾੜਤ, ਕਉ ਨਾ ਆਵਤ ਨੇਰੈ। ਇਹ ਬੜੀ ਸੱਚੀ ਗੱਲ ਹੈ ਜੀ। ਬਿਬਤ ਪਰੀ ਸਭ ਹੀ ਸੰਗ ਛਾੜਤ। ਭਾਵੇਂ ਇਹ ਗੱਲ ਕੌੜੀ ਲੱਗਦੀ ਹੈ, ਇਹ ਬਚਨ ਭਾਵੇਂ ਕੌੜਾ ਲੱਗਦਾ, ਪਰ ਸਤਿਗੁਰੂ ਜੀ ਕਹਿੰਦੇ ਪਰ ਹੈ ਸੱਚ। ਕਦੇ ਜਦੋਂ ਬਿਪਤਾ ਪੈ ਜਾਂਦੀ ਹੈ ਨਾ ਕਿਸੇ ਤੇ, ਬਿਪਤ ਪਰੀ ਸਭ ਹੀ ਸੰਗ ਛਾੜਤ। ਕਹਿੰਦੇ ਫਿਰ ਕੋਈ ਵੀ ਨੇੜੇ ਨਹੀਂ ਆਉਂਦਾ। ਜਦੋਂ 10ਵੇਂ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਚਮਕੌਰ ਸਾਹਿਬ ਆਏ, ਚਮਕੌਰ ਦੀ ਗੜੀ ਦੇ ਵਿੱਚ ਆਏ, ਤੇ ਜਦੋਂ ਚਮਕੌਰ ਦੀ ਗੜੀ ਛੱਡੀ ਨਾ, ਤੇ ਮਾਛੀ ਵੜੇ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਜਿਹੜਾ ਪੂਰਨ ਮਸੰਦ ਸੀ ਨਾ, ਉਹਦੇ ਪਿੰਡ ਵਿੱਚ ਗਏ, ਕਿਉਂਕਿ ਉਹ ਪਿੰਡ ਰਾਹ ਵਿੱਚ ਪੈਂਦਾ ਸੀ। ਜਿਹੜਾ ਪੂਰਨ ਮਸੰਦ ਸੀ ਨਾ, ਇਹ 10ਵੇਂ ਪਾਤਸ਼ਾਹ ਜੀ ਦਾ ਥਾਪਿਆ ਹੋਇਆ ਜਥੇਦਾਰ ਸੀ। ਤੇ ਸਤਿਗੁਰੂ ਜੀ ਨੇ ਸੋਚਣਾ ਕੀਤਾ, ਕਹਿੰਦੇ ਕਿਉਂ ਨਾ ਅੱਗੇ ਜਾਣ ਤੋਂ ਪਹਿਲਾਂ ਪੂਰਨ ਮਸੰਦ ਦੇ ਘਰ ਜਾ ਕੇ ਰਾਤ ਰਹੀਏ, ਕੋਈ ਸਮਾਂ ਬਤੀਤ ਕਰੀਏ। ਪਿੱਛੇ ਜਿਹੜੀਆਂ ਫੌਜਾਂ ਨੇ ਉਹ ਮਗਰ ਨੇ, ਸਤਿਗੁਰੂ ਜੀ ਨੰਗੇ ਪੈਰੀ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਬੜੇ ਦੁੱਖ ਦੀ ਘੜੀ ਹੈ। ਸਤਿਗੁਰੂ ਜੀ ਪੂਰਨ ਮਸੰਦ ਦੇ ਘਰ ਗਏ, ਤੇ ਜਾ ਕੇ ਗੇਟ ਕੋਲ ਖੜੇ ਹੋਏ, ਗੇਟ ਖੜਕਾਇਆ, ਤੇ ਜਿਹੜਾ ਪੂਰਨ ਮਸੰਦ ਦਾ ਨੌਕਰ ਸੀ ਨਾ, ਜਿਉਣਾ, ਉਹ ਹੇਠਾਂ ਪਿਆ ਸੀ ਤੇ ਪੂਰਨ ਮਸੰਦ ਚਬਾਰੇ ਵਿੱਚ ਪਿਆ ਸੀ। ਗੇਟ ਖੜਕਾਇਆ ਨਾ, ਤੇ ਜਿਉਣੇ ਨੇ ਗੇਟ ਖੋਲ੍ਹਿਆ, ਤੇ ਵੇਖਦਾ ਹੱਥ ਵਿੱਚ ਤਲਵਾਰ ਹੈ, ਨਾ ਘੋੜਾ ਨਾ ਜੋੜਾ, ਨਾ ਬਾਜ ਨਾ ਤਾਜ, ਪੈਰਾਂ ਦੇ ਵਿੱਚ ਖੂਨ ਸਿਮਦਾ ਹੈ, ਤੇ 10ਵੇਂ ਪਾਤਸ਼ਾਹ ਜੀ ਖੜੇ ਨੇ। ਤੇ ਪੁੱਛਣਾ ਕਰਦਾ, ਕਹਿੰਦਾ ਕੌਣ ਹੋ ਤੁਸੀਂ? ਕਹਿੰਦੇ ਪੂਰਨ ਮਸੰਦ ਹੈ। ਕਹਿੰਦੇ ਹੈ ਜੀ, ਸੁੱਤਾ ਪਿਆ ਉੱਪਰ। ਕਹਿੰਦੇ ਬੁਲਾ ਕੇ ਲਿਆ। ਤੇ ਪੂਰਨ ਮਸੰਦ ਸੁੱਤਾ ਪਿਆ, ਤੇ ਜਿਉਣਾ ਕਹਿੰਦਾ ਮੈਂ ਹੁਣੇ ਬੁਲਾ ਕੇ ਲਿਆਇਆ, ਤੇ ਦੱਸੋ ਤੇ ਸਹੀ ਵੀ ਕੌਣ ਆਇਆ? ਜਾ ਕੇ ਕਹਾਂ ਵੀ ਕੌਣ ਮਿਲਣ ਆਇਆ, ਕੌਣ ਹੋ ਤੁਸੀਂ? ਕਹਿੰਦੇ ਏਦਾਂ ਕਹਦੇ ਜਾ ਕੇ ਕਿ ਆਨੰਦਪੁਰ ਵਾਲਾ ਗੁਰੂ ਆਇਆ। ਕਿਉਂਕਿ ਜਿਉਣੇ ਨੇ ਪਹਿਲਾਂ ਸੁਣਿਆ ਬੜੀ ਵਾਰ ਸੀ ਕਿ 10ਵੇਂ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਰਹਿੰਦੇ ਨੇ। 10ਵੇਂ ਗੁਰੂ ਨੇ ਜਦੋਂ ਇਹ ਗੱਲ ਕਹੀ ਨਾ ਕਿ ਕਹਿ ਆਨੰਦਪੁਰ ਸਾਹਿਬ ਵਾਲਾ ਗੁਰੂ ਆਇਆ, ਤੇ ਬੜਾ ਹੈਰਾਨ ਰਿਹਾ, ਪੈਰਾਂ ਤੇ ਪੈ ਗਿਆ, ਕਹਿੰਦਾ ਸਤਿਗੁਰੂ ਜੀ ਇਹ ਹਾਲ ਕਿਵੇਂ ਹੋਇਆ? ਸਤਿਗੁਰੂ ਨੇ ਦੱਸਣਾ ਕੀਤਾ, ਕਹਿੰਦੇ ਜਾ
ਪੂਰਨ ਮਸੰਦ ਨੂੰ ਬੁਲਾ ਕੇ ਲਿਆ। ਕਹਿੰਦੇ ਜੌਣੇ ਨੇ ਫਟਾਫਟ ਸਤਿਗੁਰੂ ਜੀ ਨੂੰ ਅੰਦਰ ਵਾੜਿਆ। ਠੰਡ ਦਾ ਸਮਾਂ ਸੀ, ਅੱਗ ਸੇਕਣ ਨੂੰ ਦਿੱਤੀ, ਖੂਨ ਸਾਫ਼ ਕਰਦਾ, ਪੈਰ ਸਾਫ਼ ਕਰਦਾ ਤੇ ਭੱਜਿਆ ਗਿਆ ਪੂਰਨ ਮਸੰਦ ਨੂੰ ਜਾ ਕੇ ਕਹਿੰਦਾ ਸਤਿਗੁਰੂ ਜੀ ਆਏ ਨੇ। ਕਹਿੰਦਾ ਆਨੰਦਪੁਰ ਸਾਹਿਬ ਵਾਲੇ ਗੁਰੂ ਆਏ ਨੇ, ਕਹਿੰਦੇ ਜਲਦੀ ਥੱਲੇ ਆਓ, ਬੜੀ ਬੁਰੀ ਹਾਲਤ ਹੈ ਉਹਨਾਂ ਦੀ। ਤੇ ਪੂਰਨ ਮਸੰਦ ਭਲਾ ਕੀ ਕਹਿੰਦਾ ਅੱਗੋਂ? ਕਹਿੰਦਾ ਜਾ ਕੇ ਕਹਿ ਦੇ ਕਿ ਮੈਂ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦਾ। ਕਿਉਂਕਿ ਪਤਾ ਸੀ ਨਾ ਪੂਰਨ ਮਸੰਦ ਨੂੰ ਕਿ ਜਿਹੜੇ ਫੌਜ ਹੈ ਉਹ ਮਗਰ ਹੈ ਸਤਿਗੁਰੂ ਜੀ ਦੇ। ਤੇ ਔਰੰਗਜ਼ੇਬ ਨੇ ਇਹ ਹੁਕਮਨਾਮਾ ਜਾਰੀ ਕੀਤਾ ਸੀ ਕਿ ਜਿਹੜਾ ਵੀ ਗੁਰੂ ਨੂੰ ਪਨਾਹ ਦੇਗਾ ਉਹਦੇ ਪੂਰੇ ਪਰਿਵਾਰ ਨੂੰ ਕੋਹਲੂ ਚ ਪੀੜਿਆ ਜਾਏਗਾ, ਉਹਦਾ ਪਰਿਵਾਰ ਖਤਮ ਕੀਤਾ ਜਾਏਗਾ। ਬਿਪਤਾ ਪਈ ਹੋਈ ਸੀ ਤੇ ਸੰਗ ਛੱਡ ਗਿਆ। ਕਹਿੰਦਾ ਜਾ ਕੇ ਕਹਿ ਦੋ ਕਿ ਮੈਨੂੰ ਉਹਨਾਂ ਦੀ ਲੋੜ ਨਹੀਂ, ਮੈਂ ਉਹਦਾ ਚੇਲਾ ਨਹੀਂ ਤੇ ਉਹ ਮੇਰਾ ਗੁਰੂ ਨਹੀਂ। ਜੇ ਦਰਸ਼ਨਾਂ ਦੀ ਲੋੜ ਹੋਏਗੀ ਤੇ ਅਸੀਂ ਆਪੇ ਉਹਨਾਂ ਕੋਲ ਤੁਰ ਜਾਵਾਂਗੇ। ਕਹਿੰਦਾ ਮੈਂ ਥੱਲੇ ਨਹੀਂ ਆਉਣਾ। ਕਹਿੰਦਾ ਕਹਿ ਦੇ ਜਾ ਕੇ ਕਿ ਮੇਰੇ ਘਰ ਵਿੱਚੋਂ ਨਿਕਲ ਜਾਣ। ਜਦੋਂ ਜੌਣੇ ਨੇ ਇਹ ਗੱਲ ਸੁਣੀ ਨਾ ਤੇ ਹੈਰਾਨ ਰਹਿ ਗਿਆ ਤੇ ਨੀਵੀਂ ਪਾ ਕੇ ਹੇਠਾਂ ਉਤਰਿਆ। ਤੇ ਸਤਿਗੁਰੂ ਜੀ ਪੁੱਛਣਾ ਕਰਦੇ ਨੇ, ਕਹਿੰਦੇ ਜੌਣਿਆ ਕੀ ਹੋਇਆ? ਕਹਿੰਦਾ ਸਤਿਗੁਰੂ ਜੀ ਤੁਸੀਂ ਜਾਨੀ ਜਾਣ ਹੋ, ਤੁਸੀਂ ਸਭ ਸੁਣ ਲਿਆ ਹੈ। ਸਤਿਗੁਰੂ ਜੀ ਕਹਿੰਦੇ ਜਿਹਦੇ ਘਰ ਵਿੱਚ, ਜਿਹਦੇ ਦਿਲ ਵਿੱਚ ਮੇਰੇ ਵਾਸਤੇ ਥਾਂ ਨਹੀਂ, ਕਹਿੰਦੇ ਮੇਰੇ ਘਰ ਵਿੱਚ ਵੀ ਰਹਿ ਨਹੀਂ ਸਕਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਮਨਾ ਕਰ ਦਿੱਤਾ ਨਾ ਤੇ ਸਤਿਗੁਰੂ ਜੀ ਉਸੇ ਸਮੇਂ ਪੂਰਨ ਮਸੰਦ ਦੇ ਘਰੋਂ ਮਾਛੀ ਵਾਲੇ ਜੰਗਲਾਂ ਦੇ ਵਿੱਚ ਆ ਗਏ। ਕਹਿਣ ਦਾ ਭਾਵ ਕੀ ਬਿਪਤ ਬਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਕਦੇ ਕੋਈ ਵੀ ਫਿਰ ਨੇੜੇ ਨਹੀਂ ਲੱਗਦਾ ਜਦੋਂ ਬਿਪਤਾ ਪੈ ਜਾਂਦੀ, ਮੁਸ਼ਕਲ ਸਾਹਮਣੇ ਆ ਜਾਂਦੀ ਹੈ। ਤਾਂ ਕਰਕੇ ਸਾਡੇ ਸਤਿਗੁਰੂ ਜੀ ਕਹਿੰਦੇ ਇੱਥੇ ਤੇਰੇ ਨਾਲ ਖੜਨ ਵਾਲਾ ਤੂੰ ਆਪ ਹੀ ਹੈ। ਜੇ ਕਿਸੇ ਮੁਸ਼ਕਲ ਸਾਹਮਣੇ ਖੜਨਾ ਹੈ ਨਾ, ਕਿਸੇ ਦੁੱਖ ਸਾਹਮਣੇ ਖੜਨਾ ਹੈ ਤੇ ਤੂੰ ਆਪ ਹੀ ਖੜ ਸਕਦਾ, ਆਪ ਹੀ ਮੁਕਾਬਲਾ ਕਰ ਸਕਦਾ, ਹੋਰ ਤੇਰਾ ਕੋਈ ਸਾਥ ਦੇਣ ਵਾਲਾ ਨਹੀਂ। ਪਰਮਾਤਮਾ ਜੀ ਦੀ ਬਾਣੀ ਤੋਂ ਗਿਆਨ ਲੈ ਕੇ ਨਾ, ਗੁਰੂ ਤੋਂ ਸਮਝ ਲੈ ਕੇ, ਸਾਡਾ ਗੁਰੂ ਸਾਡੇ ਨਾਲ ਖੜ ਸਕਦਾ ਹੈ, ਸਾਡਾ ਗੁਰੂ ਰੱਖਿਆ ਕਰ ਸਕਦਾ ਹੈ। ਪਰ ਜੇ ਅਸੀਂ ਸੋਚੀਏ ਕਿ ਸੰਸਾਰ ਦੇ ਵਿੱਚੋਂ ਕੋਈ ਸਾਡੇ ਨਾਲ ਖੜ ਜਾਏਗਾ, ਕੋਈ ਸਾਡੀ ਰੱਖਿਆ ਕਰੇਗਾ, ਸਤਿਗੁਰੂ ਜੀ ਕਹਿੰਦੇ ਇਹ ਨਹੀਂ ਹੋ ਸਕਦਾ। ਕਿਉਂਕਿ ਇਹ ਸੰਸਾਰ ਨੇ ਸਭ ਨੇ ਚਲੇ ਜਾਣਾ। ਸਤਿਗੁਰੂ ਜੀ ਅੱਗੇ ਫਿਰ ਸਮਝਾਉਣਾ ਕਰਦੇ ਨੇ, ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਸਤਿਗੁਰੂ ਜੀ ਇੱਥੇ ਘਰ ਵਾਲੀ ਦੀ ਉਦਾਹਰਨ ਦਿੰਦੇ ਨੇ। ਕਹਿੰਦੇ ਭਾਵੇਂ ਸਾਡੀ ਘਰ ਵਾਲੀ, ਸਾਡੀ ਪਤਨੀ ਸਾਨੂੰ ਬੜੀ ਚੰਗੀ ਲੱਗਦੀ ਹੈ, ਪਰ ਜਦੋਂ ਕਹਿੰਦੇ ਇਹ ਸਰੀਰ ਵਿੱਚੋਂ ਜਾਨ ਨਿਕਲ ਜਾਂਦੀ ਹੈ ਨਾ, ਕਹਿੰਦੇ ਉਹ ਵੀ ਛੱਡ ਕੇ ਪਰਾਂ ਹੋ ਜਾਂਦੀ ਹੈ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਹਿੰਦੇ ਫਿਰ ਸਾਰੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਇਹਨੂੰ ਜਲਦੀ ਘਰੋਂ ਲੈ ਜਾਓ। ਕਹਿੰਦੇ ਫਿਰ ਕੋਈ ਵੀ ਸਾਡਾ ਸਾਥੀ ਨਹੀਂ ਬਣਦਾ। ਇਹ ਬਿਦ ਕੋ ਬਿਹਾਰ ਬਨਿਓ ਹੈ, ਜਾਂ ਸਿਉ ਨਿਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ, ਕਉ ਕਾਮ ਨਾ ਆਇਓ। ਕਹਿੰਦੇ ਕੋਈ ਵੀ ਸਾਡੇ ਕੰਮ ਆਉਣ ਵਾਲਾ ਨਹੀਂ, ਕੇਵਲ ਪਰਮਾਤਮਾ ਤੋਂ ਬਿਨਾਂ ਸਾਡਾ ਕੋਈ ਵੀ ਸਾਥ ਦੇਣ ਵਾਲਾ ਨਹੀਂ। ਕਹਿੰਦੇ ਸਭ ਨੇ ਇੱਥੇ ਹੀ ਰਹਿ ਜਾਣਾ, ਸਭ ਨੇ ਇੱਥੇ ਰਹਿ ਜਾਣਾ। ਤੇ ਜਿਹੜਾ ਕੱਲਾ ਬੰਦਾ ਹੈ, ਜੋ ਕੱਲਾ ਆਇਆ ਹੈ, ਉਸਨੇ ਕੱਲੇ ਨਹੀਂ ਵਾਪਸ ਤੁਰ ਜਾਣਾ। ਅਸੀਂ ਕੱਲੇ ਆਏ ਹਾਂ ਜੀ ਤੇ ਕੱਲਿਆਂ ਨੇ ਵਾਪਸ ਜਾਣਾ ਹੈ, ਹੋਰ ਸਾਡੇ ਨਾਲ ਕੋਈ ਵੀ ਜਾਣ ਵਾਲਾ ਨਹੀਂ। ਤਾਂ ਕਰਕੇ ਸਾਡੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ
ਕਹਿੰਦੇ ਭਾਈ ਤੂੰ ਆਪਣੇ ਜੀਵਨ ਨੂੰ ਆਪ ਹੀ ਸੁਧਾਰ ਸਕਦਾ, ਆਪਣੇ ਜੀਵਨ ਨੂੰ ਕਿਵੇਂ ਬਤੀਤ ਕਰਨਾ ਹੈ, ਕਿਵੇਂ ਜ਼ਿੰਦਗੀ ਜਿਉਣੀ ਹੈ, ਕਹਿੰਦੇ ਇਹ ਤੇਰੇ ਹੱਥ ਹੈ। ਪਿਆਰ ਕਰਨ ਵਾਲੇ ਬੜੇ ਨੇ ਪਰ ਸਾਥ ਨਿਭਾਉਣ ਵਾਲੇ ਥੋੜੇ ਨੇ। ਤਾਂ ਕਰਕੇ ਸਾਡੇ ਸਤਿਗੁਰੂ ਜੀ ਕਹਿੰਦੇ ਇਹ ਗੱਲ ਸਮਝ ਲੈ, ਕਹਿੰਦੇ ਨੌਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਜੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਨਾ ਹੈ, ਤੂੰ ਸੋਚਦਾ ਹੈ ਕਿ ਮੇਰਾ ਜੀਵਨ ਸਫਲਾ ਹੋ ਜਾਵੇ, ਮੇਰਾ ਇਸ ਸੰਸਾਰ ਤੇ ਆਇਆ ਸਫਲਾ ਹੋ ਜਾਵੇ, ਕਹਿੰਦੇ ਫਿਰ ਆਪਣੇ ਨਾਲ ਆਪ ਖੜਨਾ ਪੈਣਾ ਹੈ ਤੇ ਆਪਣੇ ਗੁਰੂ ਨੂੰ ਸਮਝਣਾ ਪੈਣਾ ਹੈ, ਬਾਣੀ ਨੂੰ ਸਮਝਣਾ ਪੈਣਾ ਹੈ, ਬਾਣੀ ਤੋਂ ਗਿਆਨ ਲੈਣਾ ਪੈਣਾ ਹੈ ਜੀ, ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਦੇ ਹਾਂ। ਕਿਉਂਕਿ ਇਸ ਸੰਸਾਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜੋ ਆਇਆ ਉਹ ਚਲਿਆ ਗਿਆ, ਉਹ ਖਤਮ ਹੋ ਗਿਆ। ਤੇ ਸਤਿਗੁਰੂ ਜੀ ਕਹਿੰਦੇ ਜਾਣ ਤੋਂ ਪਹਿਲਾਂ ਜਿਹੜਾ ਸਾਡਾ ਜੀਵਨ ਹੈ, ਇਸ ਨੂੰ ਸੁਧਾਰਿਆ ਜਾਵੇ, ਇਸ ਨੂੰ ਸਮਝਿਆ ਜਾਵੇ ਕਿ ਕੀ ਕਰਨ ਆਏ ਹਾਂ, ਕੀ ਕਰ ਰਹੇ ਹਾਂ ਤੇ ਕੀ ਕਰਕੇ ਜਾਣਾ ਹੈ। ਕਿਉਂਕਿ ਮਨੁੱਖ ਆਪਣੀ ਜਿਹੜੀਆਂ ਸਿਆਣਪਾਂ ਹਨ ਨਾ ਬੜੀਆਂ ਵਰਤਦਾ ਹੈ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਹਿੰਦੇ ਬੜੀਆਂ ਸਿਆਣਪਾਂ ਵਰਤਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਕੋਈ ਵੀ ਸਿਆਣਪ ਨਹੀਂ ਚੱਲਦੀ। ਮਨੁੱਖ ਦੀ ਆਪਣੀ ਸਿਆਣਪ ਨਹੀਂ ਚੱਲਦੀ। ਜਿਹੜਾ ਗਿਆਨ ਗੁਰੂ ਤੋਂ ਲਏਗਾ ਨਾ, ਗੁਰੂ ਦੇ ਗਿਆਨ ਅਨੁਸਾਰ ਚੱਲੇਗਾ, ਆਪਣੇ ਵੱਡਿਆਂ ਦੇ ਗਿਆਨ ਅਨੁਸਾਰ ਚੱਲੇਗਾ, ਕਹਿੰਦੇ ਉਹ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦਾ।